ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਬਾਬਾ ਫਰੀਦ ਜੀ ਦੇ ਚੱਲ ਰਹੇ ਸਲੋਕਾਂ ਦੀ ਲੜੀਵਾਰ ਕਥਾ ਦੇ ਤਹਿਤ ਉਹਨਾਂ ਦਾ ਜੋ ਅਗਲਾ ਸਲੋਕ ਹੈ, ਦੇਖ ਫਰੀਦਾ ਜੈਥੀਆ ਸ਼ੱਕਰ ਹੋਈ ਬਿਸ, ਸਾਈਂ ਬਾਝੋ ਆਪਣੇ ਬੇਦਨ ਕਹੀਏ ਕਿਸ। ਇਸ ਦੀ ਇੱਕ ਤਿਲ ਮਾਤਰ ਵਿਚਾਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈ। ਸੋ ਇਹ ਗੁਰਬਾਣੀ ਦਾ ਸਲੋਕ ਤੋਂ ਸਾਨੂੰ ਸਪਸ਼ਟ ਭਾਵ ਜਿਹੜਾ ਹੈਗਾ ਉਹ ਪ੍ਰਾਪਤ ਹੋ ਜਾਂਦਾ ਕਿ ਦੇਖ ਫਰੀਦਾ ਜੈਥੀਆ, ਕਿ ਮਨੁੱਖ ਦੀ ਹਾਲਤ ਹੁਣ ਇਸ ਤਰ੍ਹਾਂ ਦੀ ਹੋ ਗਈ, ਸ਼ੱਕਰ ਹੋਈ ਬਿਸ। ਜਿਹੜੀ ਮਿਠਾਸ ਸੀ, ਜਿਹੜੀ ਮਨੁੱਖ ਨੂੰ ਇਸ ਮਾਇਆ ਦੇ ਵਿੱਚੋਂ ਭਾਉਂਦੀ ਸੀ, ਲੱਭਦੀ ਸੀ, ਪ੍ਰਾਪਤ ਹੁੰਦੀ ਸੀ, ਹੁਣ ਉਹ ਜ਼ਹਿਰ ਦਿਖਾਈ ਦੇਣ ਲੱਗ ਪਈ। ਭਾਵ ਕਿ ਸੰਸਾਰ ਦੇ ਜਿਹੜੇ ਮਿੱਠੇ ਪਦਾਰਥ ਸੀ ਹੁਣ ਕੌੜੇ ਲੱਗਣ ਲੱਗ ਪਏ। ਐਸੀ ਹਾਲਤ ਇਸ ਜੀਵ ਦੀ ਹੋ ਗਈ ਆ। ਪਰ ਹੁਣ ਕੀ ਕਰੇ? ਕਹਿੰਦੇ ਸਾਈਂ ਬਾਝੋ ਆਪਣੇ ਬੇਦਨ ਕਹੀਏ ਕਿਸ। ਹੁਣ ਵਾਹਿਗੁਰੂ ਤੋਂ ਬਿਨਾਂ ਹੁਣ ਆਪਣੇ ਇਹ ਜਿਹੜੇ ਦੁਖੜੇ ਹੈਗੇ ਆ, ਇਹ ਕਹਿੰਦੇ ਹੁਣ ਕਿਹਦੇ ਨਾਲ ਸਾਂਝੇ ਕਰੀਏ, ਕਿਹਦੇ ਨਾਲ ਰੋਈਏ। ਐਸੀ ਹਾਲਤ ਹੋ ਗਈ। ਸੋ ਇਹ ਜਿਹੜੀ ਹਾਲਤ ਹੈਗੀ ਆ ਇਸ ਜੀਵ ਦੀ ਕਿਉਂ ਹੁੰਦੀ ਆ? ਇਸ ਹਾਲਤ ਦੇ ਪਿੱਛੇ ਹਨ ਕਈ ਕਾਰਨ ਛਿਪੇ ਹੋਏ ਆ। ਦੇਖੋ, ਜਦੋਂ ਜੀਵ ਇਸ ਸੰਸਾਰ ਦੇ ਵਿੱਚ ਆਉਂਦਾ ਹੈਗਾ, ਉਹਦੀ ਰੁਚੀ ਭੋਗਾਂ ਬਲਾਸਾਂ ਵੱਲ ਅਤੇ ਸੰਸਾਰ ਦੇ ਰੰਗ ਤਮਾਸ਼ਿਆਂ ਵੱਲ ਜ਼ਿਆਦਾ ਕੀਤੀ ਜਾਂਦੀ ਆ। ਉਹ ਚਾਹੁੰਦਾ ਹੈ ਕਿ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਸਾਰੀ ਉਮਰ ਇਹਨਾਂ ਭੋਗਾਂ ਦੇ ਰਸਾਂ ਕਸਾਂ ਦੇ ਵਿੱਚ ਖਰਚ ਕਰ ਦਈਏ ਅਤੇ ਦੁਨੀਆ ਦੇ ਰੰਗ ਤਮਾਸ਼ੇ ਦੇਖੀਏ। ਕਿਉਂ? ਉਹਨਾਂ ਨੂੰ ਇਹ ਸੰਸਾਰ ਬੜਾ ਮਿੱਠਾ ਲੱਗਦਾ ਹੈ। ਜਿਵੇਂ ਇੱਕ ਕਹਾਵਤ ਹੈ ਕਿ ਇਹ ਜੱਗ ਮਿੱਠਾ ਅਗਲਾ ਕਿਨੇ ਡਿੱਠਾ। ਪਰ ਦੇਖੋ, ਵਾਹਿਗੁਰੂ ਜੀ ਉਸ ਦੇ ਜੀਵਨ ਵਿੱਚ ਉਸ ਨੂੰ ਸੋਝੀ ਲਿਆਉਣ ਵਾਸਤੇ, ਜਿਵੇਂ ਗੁਰਬਾਣੀ ਦਾ ਫਰਮਾਨ ਹੈ, ਇੱਕ ਨਾ ਦੁੱਖ ਭੂਖ ਸਦ ਮਾਰ, ਇਹ ਵੀ ਦਾਤ ਤੇਰੀ ਦਤਾਰ। ਉਹਦੇ ਜੀਵਨ ਦੇ ਵਿੱਚ ਦੁੱਖ ਭੁੱਖ ਅਤੇ ਉਹਨੂੰ ਜਿਹੜੀਆਂ ਮਾਰਾਂ ਪੈਂਦੀਆਂ ਹੈ, ਉਹ ਇਸ ਵਾਸਤੇ ਉਹ ਪਰਮੇਸ਼ਰ ਜੀਵ ਨੂੰ ਪਾਉਂਦਾ ਹੈ ਤਾਂ ਜੋ ਜੀਵਨ ਨੂੰ ਆਪਣੇ ਇਸ ਮਨੁੱਖਾ ਜਨਮ ਦੀ ਸੋਝੀ ਆ ਸਕੇ। ਪਰ ਕਿਉਂਕਿ ਮਨੁੱਖ ਜਿਹੜਾ ਹੈਗਾ ਉਹ ਅਗਲਾ ਆਪਣਾ ਜਿਹੜਾ ਜੀਵਨ ਹੈਗਾ ਉਸ ਨੂੰ ਦੇਖਣ ਦੀ ਬਜਾਏ ਇਹਦੇ ਵਿੱਚ ਇੰਨਾ ਖੁੱਭਣਾ ਚਾਹੁੰਦਾ ਹੈ, ਇੰਨੀ ਮਸਤੀ ਦੇ ਵਿੱਚ ਬਲੀਨ ਹੋਣਾ ਚਾਹੁੰਦਾ ਹੈਗਾ, ਜਿਵੇਂ ਕੋਈ ਭੌਰਾ ਜਿਹੜਾ ਹੈ ਉਹ ਕਮਲ ਦੇ ਫੁੱਲ ਦੇ ਵਿੱਚ ਮਸਤ ਹੋ ਜਾਂਦਾ ਹੈ ਅਤੇ ਉਹਦੇ ਵਿੱਚ ਹੀ ਆਪਣਾ ਜਿਹੜਾ ਹੈ ਨਾ ਉਸ ਸਰੀਰ ਹੈ ਉਹਦਾ ਤਿਆਗ ਕਰ ਦਿੰਦਾ ਹੈ। ਇਸੇ ਤਰ੍ਹਾਂ ਇਸ ਮਨੁੱਖਾ ਜੀਵ ਦਾ ਹਾਲ ਹੈ। ਪਰ ਇਹ ਜਿਹੜੀ ਹਾਲਤ ਹੈਗੀ ਆ, ਇਹ ਕਿਉਂ ਹੁੰਦੀ ਆ? ਇਹਦੇ ਕਈ ਕਾਰਨ ਹੈਗੇ। ਜਿਵੇਂ ਆਪਾਂ ਦੇਖ ਲਈਏ ਕਿ ਕਈ ਕਾਰਨ ਹੁੰਦੇ ਜਿਹਨੂੰ ਅਸੀਂ ਘਟਨਾ ਕਾਰਨ ਕਹਿੰਦੇ, ਕਿ ਜ਼ਿੰਦਗੀ ਦੇ ਵਿੱਚ ਕਿਸੇ ਜੀਵ ਦੇ ਨਾਲ ਕੋਈ ਐਸੀ ਘਟਨਾ ਹੋ ਗਈ ਆ ਕਿ ਜਦੋਂ ਉਹ ਰਸਾਂ ਕਸਾਂ ਦੁਨੀਆ ਦੇ ਸਾਰੇ ਸੁੱਖਾਂ ਨੂੰ ਭੋਗਦਾ ਹੁੰਦਾ, ਪਰ ਕਿਸੇ ਘਟਨਾ ਚੱਕਰ ਦੇ ਅਧੀਨ ਜਿਹੜਾ ਹੈ ਨਾ ਉਹ ਜੀਵ ਹੈਗਾ ਉਹ ਇਸ ਮਾਇਆ ਤੋਂ ਬਿਲਕੁਲ ਜਿਹੜਾ ਹੈਗਾ ਉਹ ਨਿਰਲੇਪ ਹੋ ਜਾਂਦਾ, ਜਾਂ ਇਹ ਜੋ ਮਿੱਠੇ ਪਦਾਰਥ ਸੰਸਾਰ ਦੇ ਨੂੰ ਕੌੜੇ ਲੱਗ ਜਾਂਦੇ ਆ। ਜਿਵੇਂ ਕਿ ਅਸੀਂ ਹੈ ਨਾ ਰਾਜੇ ਭਰਥਰੀ ਦੀ ਕਥਾ ਦਾ ਜਿਹੜਾ ਹੈਗਾ ਇੱਥੇ ਵਰਣਨ ਕਰਦੇ ਹਾਂ ਕਿ ਰਾਜਾ ਭਰਥਰੀ ਜਿਹੜਾ ਸੀਗਾ ਉਹ ਗੋਰਖਨਾਥ ਦੇ ਸਮੇਂ ਦੇ ਹੋਏ ਆ। ਦੇਖੋ, ਇੱਕ ਰਾਜਾ ਹੈਗਾ, ਰਾਜੇ ਦੇ ਕੋਲ ਸੁੱਖ ਸਹੂਲਤਾਂ, ਰਾਣੀਆਂ, ਭੋਗ ਪਦਾਰਥ, ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੈ, ਸਾਰੇ ਸੁੱਖ ਉਹਦੇ ਪਾਸ ਆ। ਇਸੇ ਤਰ੍ਹਾਂ ਰਾਜੇ ਭਰਥਰੀ ਦੇ ਪਾਸ ਸੀਗੇ। ਪਰ ਉਹਨਾਂ ਦੇ ਜੀਵਨ ਦੇ ਘਟਨਾ ਕਰਮ ਨੇ ਉਹਨਾਂ ਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਜਿਹੜਾ ਹੈਗਾ ਉਹ ਤੋੜ ਕੇ ਰੱਖ ਦਿੱਤਾ। ਉਹ ਜਿਵੇਂ ਕਿ ਆਪ ਸਾਰੀਆਂ ਸੰਗਤਾਂ ਜਾਣਦੀਆਂ ਕਿ ਰਾਜਾ ਭਰਥਰੀ ਦਾ ਆਪਣੀ ਰਾਣੀ ਦੇ ਨਾਲ ਬੜਾ ਪਿਆਰ ਸੀਗਾ ਅਤੇ ਉਹਦਾ ਰਾਜ ਭਾਗ ਵੀ ਬੜਾ ਸੁਖੀ ਸੀ। ਇੱਕ ਵਾਰੀ ਦੱਸਦੇ, ਕੋਈ ਸਾਧੂ ਜਿਸ ਨੇ ਬੜੀ ਭਾਰੀ ਤਪੱਸਿਆ ਕੀਤੀ ਸੀਗੀ, ਉਸ ਨੂੰ ਤਪੱਸਿਆ ਦੇ ਵਿੱਚ ਦੇਵਤਿਆਂ ਨੇ ਖੁਸ਼ ਹੋ ਕੇ ਇੱਕ ਅਮਰ ਫਲ ਦਿੱਤਾ ਤਾਂ ਜੋ ਸਾਰੀ ਉਮਰ ਇਸ ਫਲ ਨੂੰ ਖਾ ਕੇ ਹੈ ਨਾ ਅਮਰ ਹੋ ਸਕੇ। ਪਰ ਉਹ ਸਾਧੂ ਨੇ ਸੋਚਿਆ ਆਪਣੇ ਮਨ ਦੇ ਵਿੱਚ ਕਿ ਅਗਰ ਮੈਂ ਫਲ ਖਾ ਕੇ ਅਮਰ ਵੀ ਹੋ ਜਾਵਾਂ ਤਾਂ ਮੇਰੇ ਅਮਰ ਹੋਣ ਦਾ ਕੀ ਫਾਇਦਾ ਹੈਗਾ। ਅਤੇ ਉਹਨੇ ਫਿਰ ਆਪਣੀ ਜਿਹੜੀ ਹੈ ਨਾ ਡੂੰਘੀ ਸੋਚ ਆ ਉਹਦੇ ਵਿੱਚ ਸੋਚਿਆ ਵੀ ਇਸ ਟਾਈਮ ਰਾਜਾ ਭਰਥਰੀ ਜਿਹੜਾ ਬੜਾ ਧਾਰਮਿਕ ਰਾਜਾ ਹੈਗਾ, ਕਿਉਂ ਨਾ ਹੋਵਾਂ ਅਤੇ ਇਹ ਜਿਹੜਾ ਅਮਰ ਫਲ ਹੈਗਾ ਉਸ ਨੂੰ ਦੇ ਦਿਆਂ। ਦੇਖੋ, ਇਹ ਸੋਚ ਕੇ ਕਿ ਉਹ ਅਮਰ ਹੋ ਜਾਊਗਾ, ਸੰਸਾਰ ਦਾ ਭਲਾ ਕਰੂਗਾ, ਜੀਵ ਸੁਖੀ ਰਹਿਣਗੇ। ਬੜੀ ਗਹਿਰੀ ਸੋਚ ਦੇ ਨਾਲ ਜਦੋਂ ਸਾਧੂ ਰਾਜੇ ਦੇ ਦਰਬਾਰ ਦੇ ਵਿੱਚ ਪਹੁੰਚਿਆ ਅਤੇ ਉਹਨੇ ਇਹ ਅਮਰ ਫਲ ਰਾਜੇ ਭਰਥਰੀ ਨੂੰ ਪੇਸ਼ ਕੀਤਾ। ਜਦ ਰਾਜੇ ਭਰਥਰੀ ਨੇ ਅਮਰ ਫਲ ਦੇਖਿਆ, ਮਨ ਵਿੱਚ ਬੜਾ ਪ੍ਰਸੰਨ ਹੋਇਆ। ਪਰ ਦੇਖੋ, ਉਸਨੇ ਵੀ ਆਪਣੀ ਇਸ ਅਮਰ ਫਲ ਨੂੰ ਖਾਣ ਤੋਂ ਪਹਿਲਾਂ ਆਪਣੀ ਸੋਚ ਨੂੰ ਦੜਾਇਆ। ਉਹਨੇ ਮਨ 'ਚ ਸੋਚਿਆ ਕਿ ਮੈਂ ਤਾਂ ਅਮਰ ਹੋ ਜਾਏਗਾ, ਪਰ ਮੈਂ ਆਪਣੀ ਜਿਹੜੀ ਰਾਣੀ ਹੈ, ਜਿਹੜੀ ਬਹੁਤ ਮੇਰੇ ਨਾਲ ਪਿਆਰ ਕਰਦੀ ਆ, ਮੈਂ ਉਸਨੂੰ ਪ੍ਰੇਮ ਕਰਦਾ ਹੈਗਾ, ਅਗਰ ਉਹ ਸੰਸਾਰ 'ਤੇ ਚੱਲ ਗਈ ਤਾਂ ਫਿਰ ਮੇਰਾ ਅਮਰ ਹੋਣ ਦਾ ਕੀ ਫਾਇਦਾ? ਮੈਂ ਤਾਂ ਉਹਦੇ ਵਿਯੋਗ ਦੇ ਵਿੱਚ ਦੁਖੀ ਹੋਵਾਂਗਾ, ਤੜਫਾਂਗਾ। ਇਹ ਸੋਚ ਕੇ ਰਾਜੇ ਭਰਥਰੀ ਨੇ ਉਹ ਅਮਰ ਫਲ ਜਿਹੜਾ ਸੀਗਾ ਆਪਣੀ ਰਾਣੀ ਨੂੰ ਦੇ ਦਿੱਤਾ। ਜਦ ਉਸ ਰਾਣੀ ਨੂੰ ਉਸ ਅਮਰ ਫਲ ਦੀ ਜਿਹੜੀ ਹਕੀਕਤ ਦੱਸੀ, ਵਡਿਆਈ ਦੱਸੀ ਕਿ ਜਿਹੜਾ ਖਾ ਲਵੇ ਸਦਾ ਲਈ ਅਮਰ ਹੋ ਜਾਊਗਾ। ਦੇਖੋ, ਫਿਰ ਰਾਣੀ ਨੇ ਵੀ ਖਾਣ ਤੋਂ ਪਹਿਲਾਂ ਆਪਣੀ ਸੋਚ ਜਿਹੜੀ ਸੀ ਉਸ ਅਮਰ ਫਲ ਦੇ ਉੱਤੇ ਜਿਹੜੀ ਦੜਾਈ। ਕਿਉਂ?
ਉਹਦਾ ਜਿਹੜਾ ਰਾਣੀ ਦਾ ਪ੍ਰੇਮ ਸੀਗਾ ਉਸੇ ਹੀ ਰਾਜੇ ਭਰਥਰੀ ਦੇ ਜਿਹੜਾ ਇੱਕ ਹਾਥੀਆਂ ਨੂੰ ਸਾਂਭਣ ਵਾਲਾ ਮਹਾਤਬ ਸੀਗਾ ਉਹਦੇ ਨਾਲ ਸੀਗਾ। ਉਹਨੇ ਸੋਚਿਆ ਵੀ ਜੇ ਮੈਂ ਅਮਰ ਹੋ ਗਈ ਤੇ ਇਹ ਜਿਹੜਾ ਹਾਥੀਆਂ ਦਾ ਮਹਾਤਬ ਹੈਗਾ ਇਹ ਤਾਂ ਆਪਣਾ ਸਵਾਸਾਂ ਦੀ ਪੂੰਜੀ ਭੋਗ ਕੇ ਮਰ ਜਾਊਗਾ, ਫਿਰ ਮੈਂ ਉਹਦੇ ਵਿਜੋਗ ਦੇ ਵਿੱਚ ਸਾਰੀ ਉਮਰ ਤੜਫਦੀ ਰਹੂੰਗੀ, ਫਿਰ ਮੇਰਾ ਅਮਰ ਫਲ ਖਾਣ ਦਾ ਕੀ ਫਾਇਦਾ ਹੋਇਆ। ਉਸ ਨੇ ਕੀ ਕੀਤਾ, ਉਹੀ ਅਮਰ ਫਲ ਜਿਹੜਾ ਸੀਗਾ ਉਹ ਮਹਾਤਮ ਨੂੰ ਦੇ ਦਿੱਤਾ। ਜਦ ਮਹਾਤਮ ਨੇ ਅਮਰ ਫਲ ਲਿਆ ਤੇ ਫਿਰ ਮਹਾਤਮ ਨੇ ਵੀ ਆਪਣੀ ਸੋਚ ਨੂੰ ਦੜਾਇਆ, ਕਿਉਂਕਿ ਮਹਾਤਮ ਦਾ ਜਿਹੜਾ ਸਨੇਹ ਪਿਆਰ ਸੀਗਾ ਉਹ ਇੱਕ ਬੇਸਵਾ ਨਾਲ ਸੀਗਾ। ਫਿਰ ਉਹਨੇ ਸੋਚਿਆ ਅਗਰ ਮੈਂ ਖਾ ਕੇ ਅਮਰ ਹੋ ਜਾਊਂਗਾ, ਇਹ ਬੇਸਵਾ ਮਰ ਜਾਊਗੀ, ਫਿਰ ਮੈਂ ਇਹਦੇ ਵਿਜੋਗ 'ਚ ਤੜਫੂੰਗਾ ਤੇ ਇਹਦੇ ਨਾਲ ਇਹ ਜਿਹੜਾ ਅਮਰ ਫਲ ਮੈਂ ਬੇਸਵਾ ਨੂੰ ਦੇ ਦਿਆਂ। ਇਹ ਸੋਚ ਕੇ ਮਹਾਤਮ ਨੇ ਬੇਸਵਾ ਨੂੰ ਫਲ ਦਿੱਤਾ। ਹੁਣ ਬੇਸਵਾ ਫਲ ਹੱਥ 'ਚ ਫੜ ਕੇ ਸੋਚਦੀ ਆ ਕਿ ਅਗਰ ਮੈਂ ਇਹ ਖਾ ਲਵਾਂ ਤਾਂ ਮੈਂ ਸਾਰੀ ਉਮਰ ਬੇਸਵਾ ਦਾ ਕੰਮ ਕਰਦੀ ਹਾਂ ਤਾਂ ਸਾਰੀ ਉਮਰ ਇਹੀ ਕੰਮ ਕਰਦੀ ਰਹਾਂਗੀ। ਤੇ ਫਿਰ ਉਹਨੇ ਮਨ 'ਚ ਸੋਚਿਆ ਕਿ ਮੇਰੇ ਇਸ ਗੰਦੇਪਣ ਦੇ ਵਿੱਚ ਵੀ ਜਿਹੜਾ ਰਾਜਾ ਭਰਥਰੀ ਹੈ ਉਹਦਾ ਮੇਰੇ ਨਾਲ ਕੋਈ ਬੈਰ ਵਿਰੋਧ ਨਹੀਂ ਹੈ, ਤੇ ਕਿਉਂ ਨਾ ਹੋਵੇ ਵੀ ਭਰਥਰੀ ਰਾਜਾ ਜਿਹੜਾ ਬੜਾ ਧਰਮੀ ਰਾਜਾ ਹੈਗਾ ਤੇ ਇਹ ਪ੍ਰਜਾ ਦੀ ਰਾਖੀ ਕਰਦਾ, ਸਾਰੇ ਲੋਕੀ ਸੁਖੀ ਆ, ਕਿਸੇ ਨੂੰ ਦੁੱਖ ਨਹੀਂ ਦਿੰਦਾ, ਕਿਉਂ ਨਾ ਹੋਵਾਂ ਵੀ ਅਮਰ ਫਲ ਰਾਜੇ ਭਰਥਰੀ ਨੂੰ ਦੇ ਦਿਆਂ। ਉਹ ਬੇਸਵਾ ਜਾ ਕੇ ਫਿਰ ਰਾਜੇ ਭਰਥਰੀ ਦੇ ਦਰਬਾਰ 'ਚ ਅਮਰ ਫਲ ਲੈ ਕੇ ਚਲੇ ਗਏ। ਪਰ ਜਦੋਂ ਰਾਜੇ ਭਰਥਰੀ ਨੇ ਫਿਰ ਉਹ ਅਮਰ ਫਲ ਹੱਥ 'ਚ ਫੜਿਆ ਤੇ ਦੇਖਿਆ ਵੀ ਇਹ ਤਾਂ ਉਹੀ ਅਮਰ ਫਲ ਹੈ ਜਿਹੜਾ ਮੈਂ ਰਾਣੀ ਨੂੰ ਦਿੱਤਾ ਹੈਗਾ। ਫਿਰ ਰਾਜੇ ਭਰਥਰੀ ਨੂੰ ਸ਼ੱਕ ਪਿਆ। ਫਿਰ ਜਦ ਪੜਚੋਲ ਹੋਈ ਤਾਂ ਪਤਾ ਲੱਗਾ ਵੀ ਇਹ ਜਿਹੜਾ ਰਾਣੀ ਨੂੰ ਦਿੱਤਾ ਸੀਗਾ ਮਹਾਤਬ ਦੇ ਪਾਸ ਚੱਲ ਗਿਆ, ਮਹਾਤਬ ਤੋਂ ਬੇਸਵਾ ਤੋਂ ਫਿਰ ਰਾਜੇ ਦੇ ਪਾਸ ਆ ਗਿਆ। ਫਿਰ ਰਾਜੇ ਭਰਥਰੀ ਨੇ ਸੋਚਿਆ ਵੀ ਇਹ ਜਿਹੜਾ ਸੰਸਾਰ ਹੈ ਇਹਦੇ ਜਿਹੜੇ ਦੰਦ ਹੈਗੇ ਉਹ ਹਾਥੀ ਵਰਗੇ ਹੈਗੇ ਆ, ਦਿਖਾਉਂਦਾ ਕੁਛ ਹੋਰ ਹੈ, ਕਰਦਾ ਕੁਛ ਹੋਰ ਹੈ। ਜੇ ਇਸ ਘਟਨਾ ਤੋਂ ਬਾਅਦ ਫਿਰ ਰਾਜੇ ਭਰਥਰੀ ਨੂੰ ਜਿਹੜਾ ਸੀਗਾ ਇਹ ਸੰਸਾਰ ਦਾ ਜਿਹੜਾ ਮਿੱਠੇ ਪਦਾਰਥਾਂ ਦਾ ਮੋਹ ਸੀਗਾ ਜਾਂ ਜੋ ਮਾਇਆ ਦਾ ਮੋਹ ਸੀਗਾ, ਪਰਿਵਾਰ ਦਾ ਮੋਹ ਸੀਗਾ, ਸਾਰਾ ਕੁਛ ਮੋਹ ਸੀਗਾ, ਜਦ ਉਹਨੇ ਦੇਖਿਆ ਇਹ ਸਭ ਝੂਠ ਹੈ, ਸਭ ਕੁਝ ਛੱਡ ਕੇ ਤਾਂ ਰਾਜਾ ਜਿਹੜਾ ਭਰਥਰੀ ਸੀਗਾ ਫਿਰ ਉਹ ਜੋਗੀ ਹੋ ਗਿਆ ਸੀਗਾ। ਫਿਰ ਉਸ ਟਾਈਮ ਗੋਰਖਨਾਥ ਜਿਹੜੇ ਉਸ ਟਾਈਮ ਦੇ ਜੋਗੀਆਂ ਦੇ ਗੁਰੂ ਸੀਗੇ ਉਹਨਾਂ ਦੇ ਨਾਲ ਫਿਰ ਰਾਜੇ ਭਰਥਰੀ ਦਾ ਜਿਹੜਾ ਸੀ ਸੰਗ ਮਿਲਾਪ ਹੋਇਆ ਤੇ ਉੱਥੋਂ ਫਿਰ ਉਹਨੇ ਫਿਰ ਇਹ ਜਿਹੜੀ ਗੋਰਖ ਦੀ ਵਿੱਦਿਆ ਸੀ, ਜੋ ਕਲਾ ਸੀਗੀ, ਇਹ ਫਿਰ ਰਾਜੇ ਭਰਥਰੀ ਤੋਂ ਸਿੱਖੀ ਸੀ। ਪਰ ਇੱਕ ਵਾਰ ਜਦੋਂ ਫਿਰ ਗੋਰਖਨਾਥ ਨੇ ਇਹਨੂੰ ਆਪਣੇ ਰਾਜ ਦੇ ਵਿੱਚ ਮੰਗਣ ਵਾਸਤੇ ਆਖਿਆ ਸੀਗਾ ਕਿ ਤੂੰ ਮੰਗ ਕੇ ਜਿਹੜੀ ਭਿੱਖਿਆ ਲੈ ਕੇ ਆ, ਪਰ ਜਦ ਇਹਨੇ ਰਾਜ ਭਾਗ ਦੇਖਿਆ ਸੀਗਾ ਕਿ ਕਿਸੇ ਟਾਈਮ ਇਹ ਰਾਜ ਜਿਹੜਾ ਬੜਾ ਸੁਖੀ ਸੀਗਾ, ਪਰ ਅੱਜ ਉਹ ਰਾਜ ਦੀ ਜਿਹੜੀ ਹਾਲਤ ਹੈਗੀ ਉਹ ਬੜੀ ਨਿਕੰਮੀ ਹੋ ਗਈ ਆ। ਤੇ ਫਿਰ ਮਨ ਵਿੱਚ ਵੀ ਆਇਆ ਕਿ ਉਸ ਟਾਈਮ ਦੇਖੋ ਪ੍ਰਜਾ ਵੀ ਸੁਖੀ ਸੀ ਤੇ ਮੈਂ ਵੀ ਸੁੱਖ ਭੋਗਦਾ ਸੀਗਾ ਤੇ ਅੱਜ ਮੈਂ ਆਪਣੇ ਹੀ ਰਾਜ ਦੇ ਵਿੱਚ ਭਿੱਖਿਆ ਮੰਗਦਾ ਹਾਂ। ਇਸ ਤਰ੍ਹਾਂ ਦੀ ਮਨ ਦੀ ਸੋਚ ਨੇ ਰਾਜੇ ਭਰਥਰੀ ਨੂੰ ਸਿਰ ਤੋਂ ਪੈਰਾਂ ਤੱਕ ਹਿਲਾ ਦਿੱਤਾ ਸੀਗਾ। ਤਾਂ ਫਿਰ ਇਸੇ ਹੀ ਵਹਿਣ ਦੇ ਵਿੱਚ ਰਾਜੇ ਭਰਥਰੀ ਨੇ ਇੱਕ ਗ੍ਰੰਥ ਲਿਖਿਆ ਸੀ ਜਿਹਦਾ ਨਾਂ ਸੀ ਬਰਾਗ ਸ਼ਤਕ। ਸੋ ਜਿਹੜਾ ਬਰਾਗ ਸ਼ਤਕ ਗ੍ਰੰਥ ਹੈ ਉਹਦੇ ਵਿੱਚ ਰਾਜੇ ਭਰਥਰੀ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਪਣੇ ਮਨ ਦੀ ਵੇਦਨਾ ਨੂੰ ਪ੍ਰਗਟ ਕੀਤਾ ਸੀਗਾ। ਉਹ ਵੇਦਨਾ ਸੀ ਉਸ ਰੱਬ ਦੇ ਪ੍ਰਤੀ ਜਿਹਨੂੰ ਬਾਣੀ ਨੇ ਆਖਿਆ ਕਿ ਸਾਈਂ ਬਾਝੋ ਆਪਣੇ ਵੇਦਨ ਕਹੀਏ ਕਿਸ, ਕਿ ਰੱਬ ਤੋਂ ਬਿਨਾਂ ਫਿਰ ਅਸੀਂ ਆਪਣੇ ਦੁੱਖ ਜਿਹੜੇ ਹੈ ਨਾ ਇਹ ਕਿਸ ਨੂੰ ਦੱਸੀਏ, ਕਿਸ ਦੇ ਨਾਲ ਸਾਂਝੇ ਕਰੀਏ। ਇਸੇ ਤਰ੍ਹਾਂ ਜਾਣੀ ਆਪਾਂ ਹੋਰ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੇ ਉਹ ਕਾਰਨ ਦੇਖਦੇ ਹਾਂ ਤੇ ਜਿਨ੍ਹਾਂ ਕਾਰਨਾਂ ਕਰਕੇ ਜਿਹੜਾ ਜੀਵ ਹੈਗਾ ਇਹ ਇਸ ਸੰਸਾਰ ਦੇ ਸੁੱਖਾਂ ਤੋਂ ਮੋਹ ਜਿਹੜਾ ਹੈ ਨਾ ਉਹ ਆਪਣਾ ਮੋੜ ਲੈਂਦਾ ਹੈਗਾ। ਸੋ ਇਹਦੇ ਵਿੱਚ ਆਪਾਂ ਇਹ ਦੇਖਦੇ ਹਾਂ ਕਿ ਇੱਕ ਤਰਨ ਦੇ ਮਹਾਂਪੁਰਖ ਹੋਏ ਆ ਜਿਨ੍ਹਾਂ ਜੋ ਕਿ ਆਪਣੇ ਪਰਿਵਾਰ ਦੇ ਇੱਕੋ ਇੱਕ ਲੜਕੇ ਸੀ। ਇੱਕ ਵਾਰ ਉਹਨਾਂ ਨੇ ਕਿਸੇ ਮਹਾਤਮਾ ਦੀ ਕਥਾ ਸੁਣੀ, ਕਥਾ ਸੁਣ ਕੇ ਉਹਨਾਂ ਨੂੰ ਹੈ ਨਾ ਵੈਰਾਗ ਹੋ ਗਿਆ ਤੇ ਉਹਨਾਂ ਨੇ ਮਨ ਦੇ ਵਿੱਚ ਆਖਿਆ ਕਿ ਮੈਂ ਇਸ ਸੰਸਾਰ ਤੋਂ ਕੀ ਲੈਣਾ ਹੈਗਾ ਤੇ ਮੈਂ ਘਰ-ਬਾਰ ਛੱਡ ਕੇ ਹੈ ਨਾ ਆਪ ਜਿਹੜਾ ਹੈਗਾ ਉਹ ਸਾਧ ਹੋ ਜਾਣਾ ਹੈਗਾ, ਸੰਤ ਬਣ ਜਾਣਾ ਹੈਗਾ। ਇਹ ਸੋਚ ਕੇ ਦੇਖੋ ਘਰ ਦੇ ਸਾਰੇ ਸੁੱਖ ਆਰਾਮ, ਜਦ ਕਿ ਉਹਨਾਂ ਦੀ ਉਸ ਟਾਈਮ ਜਿਹੜੀ ਜ਼ਮੀਨ ਸੀ ਉਹ 400 ਕਿੱਲੇ ਸੀਗੀ, 400 ਖੇਤ ਸੀ ਉਹਨਾਂ ਮਹਾਂਪੁਰਖਾਂ ਦੇ ਤੇ ਕੱਲੀ ਜਿਹੜੀ ਸੀ ਉਹ ਵਾਰਸ ਸੀਗੇ ਆਪਣੇ। ਲੇਕਿਨ ਉਸ ਬਰਾਗ ਦੇ ਵਿੱਚ ਇੰਨੇ ਖੁੱਭ ਗਏ ਸੀਗੇ ਕਿ ਸਾਰੇ ਹੀ ਜਿਹੜਾ ਉਹ ਮਿੱਠੇ ਰਸ ਸੀਗੇ, ਸਾਰੇ ਸੰਸਾਰ ਦੇ ਸੁੱਖ ਤਿਆਗ ਕੇ ਇੱਕ ਮਹਾਤਮਾ ਦੇ ਜਿਹੜੇ ਸੀਗੇ ਉਹਨਾਂ ਨੇ ਸੇਵਾ ਕੀਤੀ ਔਰ ਸੇਵਾ ਦੇ ਵਿੱਚ ਐਸੇ ਉਹਨਾਂ ਨੇ ਲਗਨ ਆਪਣੀ ਦਿਖਾਈ ਆ ਕਿ ਸਭ ਕੁਝ ਭੁੱਲ ਗਏ ਸੀ। ਜਦ ਕਿ ਉਹਨਾਂ ਦੇ ਘਰਦਿਆਂ ਨੇ ਮਹਾਤਮਾ ਨੇ ਵੀ ਪਹਿਲਾਂ ਕਿਹਾ ਸੀਗਾ ਕਿ ਤੁਸੀਂ ਘਰ ਦੇ ਵਿੱਚ ਰਹਿ ਕੇ ਬੰਦਗੀ ਕਰੋ, ਸ਼ਾਦੀ ਕਰੋ, ਵਿਆਹ ਕਰੋ, ਸੁੱਖ ਮਾਣੋ, ਪਰ ਉਹਨਾਂ ਨੂੰ ਬਰਾਗ ਹੀ ਐਸਾ ਲੱਗਾ ਸੀਗਾ ਇੱਕ ਕਥਾ ਕੀਰਤਨ ਤੋਂ ਸੁਣ ਕੇ ਕਿ ਉਹਨਾਂ ਨੇ ਸਭ ਕੁਝ ਕਰ ਤਿਆਗ ਦਿੱਤਾ ਸੀਗਾ। ਅਖੀਰ ਦੇ ਵਿੱਚ ਫਿਰ ਉਹ ਬਹੁਤ ਵੱਡੇ ਮਹਾਤਮਾ ਔਰ ਬ੍ਰਹਮ ਗਿਆਨੀ ਦੀ ਜਿਹੜੀ ਅਵਸਥਾ ਹੈਗੇ ਉਹਦੇ ਉੱਤੇ ਗਏ ਆ।
ਫਿਰ ਇਹੋ ਜਿਹੇ ਜਿਹੜੇ ਮਹਾਤਮਾ ਜਿਹੜੇ ਬ੍ਰਹਮ ਗਿਆਨੀ ਦੀ ਐਸੀ ਉੱਚੀ ਅਵਸਥਾ 'ਤੇ ਪਹੁੰਚ ਗਏ ਸੀ, ਜਿਨ੍ਹਾਂ ਦਾ ਸਤਿਕਾਰ ਫਿਰ ਭਾਈ ਸਾਹਿਬ ਭਾਈ ਵੀਰ ਸਿੰਘ ਹੁਣਿਆਂ ਦੇ ਵੀ ਮਨ ਦੇ ਵਿੱਚ ਬਹੁਤ ਭਾਰਾ ਸੀਗਾ। ਅਤੇ ਇੱਥੋਂ ਹੀ ਨਹੀਂ, ਕਿਉਂਕਿ ਉਹ ਬਿਨਾਂ ਕਿਸੇ ਗੱਲ ਤੋਂ, ਬਿਨਾਂ ਕਿਸੇ ਵਿਸ਼ੇ ਨੂੰ ਛੋਹੇ ਤੋਂ ਬਗੈਰ ਸਾਰੇ ਸਵਾਲਾਂ ਦੇ ਜਵਾਬ ਦੇਣ ਦੇ ਸਮਰੱਥ ਹੋ ਗਏ। ਅਤੇ ਤਰਨ ਤਾਰਨ ਸਾਹਿਬ ਗੁਰਦੁਆਰੇ ਦੀ ਸੇਵਾ ਜਿਹੜੀ ਖਾਸ ਕਰਕੇ ਗੁੰਮਤ ਦੀ ਉਹਨਾਂ ਨੇ ਆਪਣੇ ਹੱਥੀਂ ਕੀਤੀ ਸੀ। ਉਸ ਟਾਈਮ ਚੱਕੀਆਂ ਦੇ ਨਾਲ ਚੂਨਾ ਜਿਹੜਾ ਉਹ ਪੀਂਦੇ ਹੁੰਦੀ ਸੀ ਸੰਗਤ, ਆਪ ਵੀ ਸਾਰੀ ਰਾਤ ਚੂਨਾ ਪੀਂਦੇ ਹੁੰਦੇ ਸੀ ਅਤੇ ਨਾਲ ਸਿਮਰਨ ਕਰਦੇ ਹੁੰਦੇ ਸੀ। ਹੱਥਾਂ ਦੇ ਵਿੱਚ ਏਡੇ ਭਾੜੇ ਉਹਨਾਂ ਦੇ ਰੱਟਣ ਬਣ ਗਏ ਸੀਗੇ ਕਿ ਉਹਨਾਂ ਨੇ ਇਹ ਸੇਵਾ ਨਹੀਂ ਸੀ ਛੱਡੀ। ਪਰ ਜਦੋਂ ਉਹਨਾਂ ਦਾ ਜਿਹੜੀ ਬ੍ਰਹਮ ਗਿਆਨੀ ਦੀ ਅਵਸਥਾ ਏਡੀ ਉੱਚੀ ਹੋ ਗਈ ਸੀ ਕਿ ਇੱਕ ਵਾਰ ਜਾਪਾਨ ਦੇ ਬਹੁਤ ਸਾਰੇ ਜਿਹੜੇ ਬੰਦੇ ਸੀਗੇ, ਉਹਨਾਂ ਨੇ ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਨੂੰ ਇਹ ਆਖ ਦਿੱਤਾ ਸੀਗਾ ਕਿ ਤੁਸੀਂ ਗੱਲਾਂ ਤਾਂ ਬਹੁਤ ਲਿਖਦੇ ਹੋ, ਬਹੁਤ ਕਰਦੇ ਹੋ, ਆਪਣੇ ਸਿੱਖ ਪੰਥ ਦੇ ਵਿੱਚ ਕੋਈ ਸਾਨੂੰ ਐਸਾ ਮਹਾਤਮਾ ਟਕਰਾਓ ਜਿਹੜੇ ਸਾਡੇ ਸਾਰੇ ਸਵਾਲਾਂ ਦਾ ਜਵਾਬ ਦੇ ਸਕੇ। ਜਦ ਇੰਨੀ ਗੱਲ ਹੋਈ ਸੀ ਤਾਂ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਇਹ ਆਖ ਦਿੱਤਾ ਸੀਗਾ, ਜੇ ਕਹਿੰਦੇ ਇੰਨੀ ਗੱਲ ਹੈ ਤਾਂ ਤੁਸੀਂ ਹੁਣੇ ਹੀ ਅੰਮ੍ਰਿਤਸਰ ਪਹੁੰਚ ਜਾਓ। ਦੇਖੋ ਉਹ ਜਿਹੜੇ ਆਦਮੀ ਸੀ ਇਕੱਠੇ ਹੋ ਕੇ ਜਾਪਾਨ ਤੋਂ ਜਦ ਅੰਮ੍ਰਿਤਸਰ ਪਹੁੰਚੇ, ਭਾਈ ਸਾਹਿਬ ਭਾਈ ਵੀਰ ਸਿੰਘ ਜਿਹੜੇ ਸੀਗੇ ਉਹਨਾਂ ਨੇ ਉਹਨਾਂ ਮਹਾਤਮਾ ਦੇ ਵਿੱਚ ਜਿਹੜੇ ਉਸ ਟਾਈਮ ਆਪਣੇ ਖੇਤਾਂ ਦੇ ਵਿੱਚ ਆਪਣੀ ਮੋਟਰ ਟਿਊਬਵੈੱਲ ਦੇ ਉੱਪਰ ਜਿਹੜੇ ਸੀਗੇ ਇੱਕ ਕਮਰੇ 'ਚ ਬੈਠੇ ਸੀਗੇ, ਉਹਨਾਂ ਪਾਸੇ ਜਾਣ ਵਾਸਤੇ ਆਖਿਆ ਅਤੇ ਆਪ ਵੀ ਨਾਲ ਗਏ ਸੀ। ਪਰ ਜਦੋਂ ਬੰਦੇ ਬਹੁਤ ਸਾਰੇ ਸਵਾਰ ਲੈ ਕੇ ਇਹਨਾਂ ਮਹਾਤਮਾ ਦੇ ਪਾਸ ਪਹੁੰਚੇ ਸੀਗੇ ਅਤੇ ਇਹ ਮਹਾਤਮਾ ਗਰਮੀਆਂ ਦੇ ਦਿਨਾਂ ਵਿੱਚ ਮੋਟਰ ਦੇ ਉੱਪਰ ਜਿਹੜੀ ਛੱਤ ਸੀ, ਕਮਰਾ ਸੀਗਾ, ਉਹਦੇ ਉੱਤੇ ਬੈਠੇ ਸੀਗੇ। ਜਦ ਬੈਠੇ ਸੀਗੇ ਅਤੇ ਇਹਨੇ ਸਾਰਿਆਂ ਨੇ ਜਾ ਕੇ ਜਦ ਇਹਨਾਂ ਨੂੰ ਨਮਸਕਾਰ ਕੀਤੀ ਸੀ ਅਤੇ ਉਸ ਟਾਈਮ ਮਹਾਤਮਾ ਜਿਹੜੇ ਸੀ ਆਪਣੀ ਕਲਮ ਦੇ ਨਾਲ ਆਪਣੀ ਡਾਇਰੀ 'ਤੇ ਕੁਛ ਲਿਖ ਰਹੇ ਸੀ। ਪਰ ਜਦੋਂ ਸਾਰੇ ਜਾ ਕੇ ਬੈਠੇ, ਉਹਨਾਂ ਨੇ ਉਸੇ ਟਾਈਮ ਆਪਣੀ ਜਿਹੜੀ ਉਹ ਡਾਇਰੀ ਕਲਮ ਬੰਦ ਕੀਤਾ ਅਤੇ ਬਾਹਰ ਖੇਤਾਂ ਨੂੰ ਚਲ ਗਏ। ਪਰ ਜਿੰਨੇ ਵੀ ਬੰਦੇ ਜਾਪਾਨ ਤੋਂ ਆਏ ਸੀ ਉਹ ਦੇਖ ਕੇ ਹੈਰਾਨ ਹੋ ਗਏ। ਜਦੋਂ ਭਾਈ ਸਾਹਿਬ ਉਹਨਾਂ ਦੇ ਨਾਲ ਉਹਨੇ ਗੱਲ ਕੀਤੀ, ਉਹਨਾਂ ਨੇ ਆਖਿਆ ਕਿ ਬਿਨਾਂ ਸਵਾਲਾਂ ਤੋਂ, ਬਿਨਾਂ ਕਿਸੇ ਗੱਲਬਾਤ ਤੋਂ ਉਹਨਾਂ ਮਹਾਤਮਾ ਨੇ ਸਾਡੇ ਜਿੰਨੇ ਵੀ ਸਵਾਲ ਅਸੀਂ ਆਪਣੀ ਡਿਕਸ਼ਨਰੀ ਡਾਇਰੀ ਵਿੱਚ ਲਾ ਕੇ ਅਸੀਂ ਸਾਰਿਆਂ ਦੇ ਜਵਾਬ ਦੇ ਦਿੱਤੇ। ਇਹੋ ਜਿਹੀ ਉਹਨਾਂ ਬ੍ਰਹਮ ਗਿਆਨੀ ਮਹਾਂਪੁਰਖਾਂ ਦੀ ਅਵਸਥਾ ਬਣੀ ਆ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਕਥਾ ਕੀਰਤਨ ਦੇ ਨਾਲ ਜਿਹੜਾ ਵਿਰਾਗ ਹੋ ਜਾਂਦਾ, ਸੰਸਾਰ ਦਾ ਮੋਹ ਛੁੱਟ ਜਾਂਦਾ, ਇਹ ਵੀ ਕਿਸੇ ਪੂਰਬਲੇ ਕਰਮਾਂ ਦੀ ਜਿਹੜੀ ਹੈ ਨਾ ਭਾਰੀ ਤਪੱਸਿਆ ਹੁੰਦੀ ਹੈ। ਇਸ ਤਰ੍ਹਾਂ ਆਪਾਂ ਥੋੜ੍ਹਾ ਜਿਹਾ ਅਗਰ ਹੋਰ ਵਿਚਾਰੀਏ ਇਸ ਵਿਸ਼ੇ ਦੇ ਨੂੰ ਕਿ ਦੇਖ ਫਰੀਦਾ ਜੈਥੀਆ ਸ਼ੱਕਰ ਹੋਈ ਵਿਸ, ਵੀ ਜਿਹੜੀ ਮਿਠਾਸ ਉਹ ਕੌੜੀ ਹੋ ਗਈ, ਇਹਦਾ ਕੀ ਕਾਰਨ ਜਿਹੜਾ ਹੈ ਨਾ ਉਹ ਅਤਿਆਚਾਰ ਵੀ ਹੁੰਦਾ ਹੈ। ਜਿਵੇਂ ਦਾਸ ਨੂੰ ਯਾਦ ਹੈ ਕਿ ਦਾਸ ਦੇ ਨਾਨਕੇ ਪਿੰਡ ਦੇ ਵਿੱਚ ਇੱਕ ਕੋਈ ਜਾਣੀ ਮਹਾਤਮਾ ਹੋਏ ਆ, ਉੱਥੋਂ ਉਹ ਜਿਹੜੇ ਮਹਾਤਮਾ ਸੀਗੇ ਉਹ ਜਦ ਬੱਚੇ ਹੁੰਦੇ ਸੀਗੇ ਅਤੇ ਉਹਨਾਂ ਦੇ ਜਿਹੜੇ ਪਿਤਾ ਜੀ ਸੀਗੇ ਅਤੇ ਉਹਨਾਂ ਦੇ ਪਿਤਾ ਜੀ ਨੇ ਦੂਸਰੀ ਸ਼ਾਦੀ ਕਰ ਲਈ ਸੀ ਅਤੇ ਦੂਸਰੀ ਸ਼ਾਦੀ 'ਚ ਉਹਨਾਂ ਦੇ ਬੱਚੇ ਸੀ। ਇਹ ਜੋ ਬੱਚਾ ਸੀਗਾ ਇਹ ਪਹਿਲੀ ਮਾਂ ਦਾ ਜਿਹੜਾ ਲੜਕਾ ਹੁੰਦਾ ਸੀਗਾ। ਜਦ ਲੜਕਾ ਹੁੰਦਾ ਸੀਗਾ ਅਤੇ ਉਸ ਟਾਈਮ ਇਹਨਾਂ ਦੇ ਪਿਤਾ ਜੀ ਜਿਹੜੇ ਸੀ ਇਹਨਾਂ ਉੱਤੇ ਬੜਾ ਜ਼ੁਲਮ ਕਰਦੇ ਹੁੰਦੇ ਸੀਗੇ। ਅਤੇ ਕਿਉਂਕਿ ਜਿਹੜੀ ਦੂਸਰੀ ਪਤਨੀ ਸੀ ਉਹ ਮਤਰੇਈ ਮਾਂ ਹੁੰਦੀ ਸੀ, ਤਾਂ ਉਹ ਆਪਣੇ ਇਸੇ ਹੀ ਮਤਰੇਈ ਮਾਂ ਦੇ ਰੂਪ ਦੇ ਵਿੱਚ ਇਸ ਬੱਚੇ ਦੇ ਉੱਤੇ ਆਪਣੇ ਘਰ ਵਾਲੇ ਤੋਂ ਜ਼ੁਲਮ ਕਰਾਉਂਦੀ ਹੁੰਦੀ ਸੀ। ਅਤੇ ਇਹ ਜਿਹੜਾ ਬੱਚਾ ਸੀਗਾ ਕੰਮ ਸਾਰੇ ਸਹੀ ਕਰਦਾ ਸੀਗਾ, ਪਰ ਫਿਰ ਵੀ ਨਿੱਕੀ ਨਿੱਕੀ ਗੱਲ ਦੇ ਉੱਤੇ ਇਸ ਬੱਚੇ ਨੂੰ ਟੋਕਿਆ ਜਾਂਦਾ ਸੀਗਾ। ਇੱਕ ਵਾਰ ਕੀ ਹੋਇਆ ਕਿ ਇਹਨਾਂ ਦੇ ਪਿਤਾ ਜੀ ਨੇ ਇਸ ਬੱਚੇ ਨੂੰ ਜਿਹੜੇ ਬੁਰੀ ਤਰ੍ਹਾਂ ਕੁੱਟਿਆ ਮਾਰਿਆ। ਜਦ ਕੁੱਟਿਆ ਮਾਰਿਆ ਅਤੇ ਇਹ ਬੱਚਾ ਜਿਹੜਾ ਸੀ ਇਹ ਘਰੋਂ ਛੱਡ ਕੇ ਆਪਣੀ ਨਾਨੀ ਦੇ ਕੋਲ ਗਿਆ। ਅਤੇ ਜਦ ਆਪਣੀ ਨਾਨੀ ਕੋਲ ਗਿਆ, ਕਿਉਂਕਿ ਇਹਨਾਂ ਦੀ ਮਾਤਾ ਜੀ ਦੀ ਬਹੁਤ ਪਹਿਲਾਂ ਡੈਥ ਹੋ ਚੁੱਕੀ ਸੀ, ਤਾਂ ਆਪਣੀ ਨਾਨੀ ਨੂੰ ਇਹਨਾਂ ਨੇ ਇਹ ਦੱਸਿਆ ਸੀਗਾ ਕਿ ਅੱਜ ਮੇਰੇ ਬਾਪੂ ਨੇ ਮੈਨੂੰ ਬਹੁਤ ਜ਼ਿਆਦਾ ਮਾਰਿਆ ਕੁੱਟਿਆ ਹੈਗਾ ਅਤੇ ਮੈਂ ਆਪਣੀ ਜਾਨ ਬਚਾ ਕੇ ਉੱਥੋਂ ਭੱਜ ਕੇ ਤੇਰੇ ਪਾਸ ਆਇਆ, ਪਰ ਅੱਜ ਤੋਂ ਬਾਅਦ ਮੈਂ ਹੁਣ ਪਿੰਡ ਨਹੀਂ ਜਾਣਾ ਹੈਗਾ ਅਤੇ ਨਾ ਇੱਥੇ ਆਉਣਾ ਹੈਗਾ, ਅੱਜ ਤੋਂ ਬਾਅਦ ਮੈਂ ਸਾਧ ਹੋ ਜਾਣਾ ਹੈ। ਜਦ ਇੰਨੀ ਗੱਲ ਹੋਈ ਸੀ ਤਾਂ ਉਹਦੀ ਨਾਨੀ ਜੋ ਉਹਨੂੰ ਬੜਾ ਪਿਆਰ ਕਰਦੀ ਸੀ, ਉਹਨੇ ਇਹ ਗੱਲ ਆਖੀ ਸੀ ਬਈ ਤੂੰ ਸਾਧ ਨਾ ਹੋ, ਸਾਧ ਬਣਨਾ ਬਹੁਤ ਮੁਸ਼ਕਿਲ ਹੈਗਾ, ਕੋਈ ਗੱਲ ਨਹੀਂ, ਸਮਾਂ ਆਊਗਾ, ਸਭ ਕੁਛ ਠੀਕ ਹੋ ਜਾਊਗਾ। ਪਰ ਬੱਚੇ ਨੇ ਕਿਹਾ ਸੀ ਨਹੀਂ, ਮੈਂ ਹੁਣ ਅੱਤ ਦਾ ਜਿਹੜਾ ਜ਼ੁਲਮ ਸਹਾਰ ਚੁੱਕਾ ਹੈਗਾ, ਹੁਣ ਮੈਂ ਜਿਹੜਾ ਹੈਗਾ ਉਹ ਚਲੇ ਜਾਣਾ ਕਿਤੇ। ਉਹਦੀ ਨਾਨੀ ਦੱਸਦੀ ਸੀ ਕਿ ਮੇਰੇ ਜਾਣ ਤੋਂ ਪਹਿਲਾਂ ਹੈ ਨਾ ਮੇਰੇ ਤੋਂ ਅੱਧੀ ਰੋਟੀ ਖਾ ਕੇ ਉਹ ਜਿਹੜਾ ਮੇਰਾ ਦੋਹਤਾ ਸੀਗਾ, ਕਹਿੰਦੀ ਉਹ ਘਰ ਛੱਡ ਕੇ ਚਲੇ ਗਿਆ ਸੀਗਾ, ਮੁੜ ਨਹੀਂ ਆਇਆ। ਪਰ ਸਮਾਂ ਪਾ ਕੇ ਉਹ ਜਿਹੜੇ ਬੱਚੇ ਸੀਗੇ ਉਹ ਕਿਸੇ ਸਾਧੂਆਂ ਦੇ ਇਕੱਠ 'ਚ ਜਾ ਰਲੇ। ਬਸ ਐਸੀ ਵਿਦਿਆ ਉਹਨੇ ਪੜ੍ਹੀ, ਉਹ ਸਾਰੇ ਗ੍ਰੰਥ ਉਹਨੇ ਘੋਖ ਮਾਰੇ। ਜਦ ਸਾਰੇ ਗ੍ਰੰਥ ਉਹਨੇ ਘੋਖ ਮਾਰੇ, ਉੱਚ ਕੋਟੀ ਦੇ ਸੰਤ ਬਣੇ ਅਤੇ ਹਜ਼ਾਰਾਂ ਸੰਗਤਾਂ ਜਿਹੜੀਆਂ ਸੀਗੀਆਂ ਉਹਨਾਂ ਦੀਆਂ ਸ਼ਰਧਾਲੂ ਬਣੀਆਂ। ਇੱਕ ਵਾਰ ਕਿਸੇ ਨੇ ਉਹਨਾਂ ਦੇ ਪਿਤਾ ਨੂੰ ਦੱਸਿਆ ਕਿ ਤੇਰਾ ਜਿਹੜਾ ਛੋਟਾ ਲੜਕਾ ਸੀਗਾ ਉਹ ਫਲਾਨੀ ਜਗ੍ਹਾ ਦੇ ਉੱਤੇ ਜਿਹੜੇ ਹੈਗੇ ਇੱਕ ਭਾਰੇ ਸੰਤ ਦੇ ਰੂਪ ਦੇ ਵਿੱਚ ਵਿਚਰਦਾ ਹੈਗਾ। ਜਦ ਇੰਨੀ ਗੱਲ ਹੋਈ ਸੀ ਤਾਂ ਜੇ ਸੱਜਣ ਨੇ ਗੱਲ ਦੱਸੀ ਸੀ, ਉਹ ਕਹਿੰਦੇ ਸੀ ਕਿ ਜਦੋਂ ਮੈਂ ਉਹ ਗਿਆ ਸੀ
ਉਸ ਟਾਈਮ ਉਹ ਜਿਹੜਾ ਬੱਚਾ ਸੀਗਾ ਉਸ ਨੂੰ ਕਹਿੰਦੇ ਮੈਂ ਪਛਾਣ ਲਿਆ ਸੀਗਾ ਕਿ ਇਹ ਸਾਡੇ ਹੀ ਪਿੰਡ ਦਾ ਜਿਹੜਾ ਹੈਗਾ ਉਹ ਫਲਾਣੇ ਸੂਹ ਦਾ ਦੋਹਤਾ ਹੈ। ਤਾਂ ਫਿਰ ਉਹ ਸੱਜਣ ਕਹਿੰਦੇ ਸੀਗੇ ਕਿ ਮੈਂ ਉਹਦਾ ਪਿੱਛੋਂ ਲੜ ਫੜ ਲਿਆ। ਜਦ ਲੜ ਫੜਿਆ ਸੀਗਾ ਅਤੇ ਫਿਰ ਕਹਿੰਦੇ ਉਹਨਾਂ ਨੇ ਜਦ ਪਿੱਛੇ ਮੈਨੂੰ ਦੇਖਿਆ ਤਾਂ ਅੰਦਰੋਂ ਪਛਾਣ ਲਿਆ, ਪਰ ਨਾਲ ਹੀ ਜਿਹੜਾ ਸੀਗਾ ਇੱਕ ਨਾਟਕੀ ਢੰਗ ਦੇ ਨਾਲ ਕਹਿੰਦੇ ਮੈਨੂੰ ਦਬਕਾ ਮਾਰਿਆ ਤਾਂ ਨਾਲ ਹੀ ਕਿਹਾ ਕਹਿੰਦੇ ਛੱਡ ਮੇਰਾ ਜਿਹੜਾ ਹੈਗਾ ਉਹ ਝੱਗਾ ਛੱਡ ਮੇਰਾ ਕਹਿੰਦੇ ਝੱਗਾ। ਕਹਿੰਦੇ ਵੀ ਮੈਂ ਉਹਦਾ ਝੱਗਾ ਛੱਡ ਦਿੱਤਾ। ਪਰ ਰਾਤ ਨੂੰ ਫਿਰ ਉਹਨਾਂ ਨੇ ਆਪਣਾ ਇੱਕ ਸੇਵਕ ਭੇਜ ਕੇ ਮੈਨੂੰ ਸੱਦਿਆ ਸੀਗਾ ਅਤੇ ਫਿਰ ਮੇਰੀ ਕਹਿੰਦੇ ਬੜੀ ਆਓ ਭਗਤ ਕੀਤੀ ਸੀ। ਪਰ ਕਹਿੰਦੇ ਮੇਰੇ ਤੋਂ ਇਹ ਖੁਸ਼ੀ ਸਾਹਮਣੇ ਹੋਈ ਅਤੇ ਮੈਂ ਕਹਿੰਦੇ ਫਿਰ ਜਾ ਕੇ ਜਿਹੜੇ ਉਹਦੇ ਪਿਤਾ ਨੂੰ ਦੱਸ ਦਿੱਤਾ ਵੀ ਤੇਰਾ ਲੜਕਾ ਜਿਹੜਾ ਕਈਆਂ ਸਾਲਾਂ ਤੋਂ ਨਿੱਕਾ ਹੁੰਦਾ ਚੱਲ ਗਿਆ ਸੀ, ਅੱਜ ਬਹੁਤ ਵੱਡਾ ਸੰਤ ਬਣ ਗਿਆ ਹੈਗਾ। ਕਹਿੰਦੇ ਦੇਖੋ ਮੈਂ ਉਹਦੇ ਬਾਪੂ ਨੂੰ ਪਰਿਵਾਰ ਨੂੰ ਲੈ ਕੇ ਆਇਆ। ਜਦ ਕਹਿੰਦੇ ਉਹ ਆਇਆ ਅਤੇ ਕਹਿੰਦੇ ਉਹਨਾਂ ਨੇ ਉਸੇ ਤਰ੍ਹਾਂ ਆਪਣੇ ਪਿਤਾ ਦੀ ਅਤੇ ਦੂਜਿਆਂ ਦੀ ਜਿਹੜੀ ਸੀ ਉਸੇ ਤਰ੍ਹਾਂ ਆਓ ਭਗਤ ਕੀਤੀ ਜਿਵੇਂ ਸੰਗਤ ਦੀ ਕਰਦੇ ਹੁੰਦੇ। ਪਰ ਜਦੋਂ ਕਹਿੰਦੇ ਉਹਨਾਂ ਨੇ ਆਪਣੇ ਕਮਰੇ 'ਚ ਅਲਮਾਰੀਆਂ ਖੋਲ੍ਹੀਆਂ, ਸਾਰੀਆਂ ਅਲਮਾਰੀਆਂ ਜਿਹੜੀਆਂ ਸੰਗਤ ਦੇ ਨੋਟਾਂ ਨਾਲ ਭਰੀਆਂ ਸੀਗੀਆਂ ਅਤੇ ਉਹਨਾਂ ਦੇ ਪਿਤਾ ਜੀ ਮਨ 'ਚ ਚਾਹੁੰਦੇ ਸੀਗੇ ਕਿ ਬਹੁਤ ਸਾਰੇ ਰੁਪਈਏ ਜਿਹੜੇ ਹੈਗੇ ਮੈਨੂੰ ਦੇਵੇਗਾ, ਪਰ ਉਹਨਾਂ ਨੇ ਇੱਕ ਪੈਸਾ ਨਹੀਂ ਦਿੱਤਾ ਅਤੇ ਇਹ ਆਖਿਆ ਇਹ ਸਾਰੀ ਜਿਹੜੀ ਕਮਾਈ ਹੈ ਇਸ ਸੰਗਤ ਦੀ ਹੈ ਅਤੇ ਸੰਗਤ ਹੀ ਇਸ ਨੂੰ ਵਰਤਦੀ ਹੈ ਅਤੇ ਸੰਗਤ ਹੀ ਇਸ ਨੂੰ ਖਰਚਦੀ ਹੈ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਕਈਆਂ ਦਾ ਜਿਹੜਾ ਮੋਹ ਹੈ ਸੰਸਾਰ ਦੇ ਵਿੱਚੋਂ ਉਹ ਜਿਹੜਾ ਹੈ ਉਹ ਅਤਿਆਚਾਰ ਦੇ ਨਾਲ ਜਿਹੜਾ ਹੈਗਾ ਉਹ ਜੁੜ ਜਾਂਦਾ ਹੈ। ਭਾਵ ਜਦੋਂ ਕਿਸੇ ਦੇ ਉੱਤੇ ਬਹੁਤ ਜ਼ਿਆਦਾ ਅਤਿਆਚਾਰ ਹੁੰਦਾ ਹੈ ਨਾ, ਅਤੇ ਫਿਰ ਇਹ ਘਟਨਾਕ੍ਰਮ ਹੁੰਦਾ ਜਦੋਂ ਸੰਸਾਰ ਦਾ ਮੋਹ ਜਿਹੜਾ ਹੈਗਾ ਉਹ ਛੱਡਿਆ ਜਾਂਦਾ ਹੈਗਾ। ਫਿਰ ਆਪਾਂ ਇਹਦੇ ਕਾਰਨ ਕਈ ਵਾਰੀ ਬਿਮਾਰੀ ਵੀ ਦੇਖਦੇ ਹਾਂ ਕਿ ਕਈ ਵਾਰੀ ਇਨਸਾਨ ਜਿਹੜਾ ਹੈ ਨਾ ਐਸਾ ਬਿਮਾਰ ਹੋ ਜਾਂਦਾ ਜਦੋਂ ਉਹਦੇ ਮਨ ਨੂੰ ਲੱਗਦਾ ਹੈਗਾ ਕਿ ਉਹਨੂੰ ਕਦੀ ਆਰਾਮ ਨਹੀਂ ਆਉਣਾ ਹੈਗਾ। ਅਤੇ ਫਿਰ ਉਹ ਜਿਹੜੇ ਆਪਣੇ ਰੋਗੀ ਹੁੰਦੇ ਆ, ਜਿਹਨੂੰ ਬਾਣੀ ਨੇ ਆਖਿਆ ਕਿ ਸੁਖਿਆ ਕੋਈ ਪੇਖੇ ਸਭ ਸੁਖਿਆ, ਰੋਗੀ ਕੇ ਭਾਣੇ ਸਭ ਰੋਗੀ ਬੰਦੇ ਨੂੰ ਸੰਸਾਰ ਤਾਂ ਮਿੱਠਾ ਇਉਂ ਹੀ ਨਹੀਂ ਲੱਗਦਾ। ਅਤੇ ਕਈ ਵਾਰ ਜਿਹੜੇ ਆਪਾਂ ਇਹ ਵੀ ਕਥਾਵਾਂ ਸੁਣਦੇ ਹਾਂ ਕਿ ਕਈ ਜਿਹੜੇ ਰੋਗੀ ਆ ਜਿਨ੍ਹਾਂ ਨੂੰ ਅਸਾਧ ਰੋਗ ਹੋ ਗਏ ਸੀਗੇ ਨਾ ਸਾਧੇ ਜਾਣ ਵਾਲੇ, ਉਹ ਵੀ ਜਿਹੜੇ ਸੀਗੇ ਜਦ ਨਾਮ ਉਹਨੇ ਜਪਿਆ ਹੈਗਾ ਅਤੇ ਨਾਮ ਜਪ ਕੇ ਉਹਨਾਂ ਵੀ ਜਿਹੜੇ ਹੈਗੇ ਉੱਚ ਕੋਟੀ ਦੇ ਮਹਾਤਮਾ ਬਣੇ ਆ। ਅਤੇ ਇਹਨਾਂ ਦੇ ਵਿੱਚ ਫਿਰ ਉਹਨਾਂ ਨੇ ਪ੍ਰਚਾਰ ਬਹੁਤ ਕੀਤਾ ਸੀ। ਦਾਸ ਨੂੰ ਯਾਦ ਹੈ ਕਿ ਗੁਰਮੁਖ ਪਿਆਰੇ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਇਹ ਦੱਸਿਆ ਕਿ ਮੈਂ ਕਾਮਰੇਡ ਖਿਆਲਾਂ ਦਾ ਸੀਗਾ ਅਤੇ ਮੈਂ ਕਦੀ ਵੀ ਆਪਣੀ ਜ਼ਿੰਦਗੀ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਨਹੀਂ ਟੇਕਿਆ। ਪਰ ਅਖੀਰ ਕਹਿੰਦੇ ਮੈਨੂੰ ਗਠੀਆ ਹੋ ਗਿਆ ਸੀਗਾ। ਜਦ ਗਠੀਆ ਦਾ ਰੋਗ ਹੋਇਆ ਸੀਗਾ ਤਾਂ ਕੋਈ ਸੱਜਣ ਕਹਿੰਦੇ ਮੇਰੇ ਪਾਸ ਆਏ, ਉਹਨਾਂ ਨੇ ਮੈਨੂੰ ਜਪਜੀ ਸਾਹਿਬ ਦੀ ਕਹਿੰਦੇ ਮਹਿਮਾ ਦੱਸੀ ਆ। ਪਰ ਕਹਿੰਦੇ ਮੈਂ ਕਾਮਰੇਡ ਖਿਆਲ ਹੋਣ ਵਾਲਾ ਇਸ ਗੱਲ ਨੂੰ ਸਾਰੀ ਨੂੰ ਕਹਿੰਦੇ ਇਗਨੋਰ ਕਰ ਦਿੱਤਾ। ਕਹਿੰਦੇ ਮੈਂ ਕੋਈ ਨਹੀਂ ਆ। ਪਰ ਉਹਨੇ ਕਿਹਾ ਸੀ ਅਗਰ ਤੁਸੀਂ ਮੇਰੇ ਮਿੱਤਰ ਹੈਗਾ ਤਾਂ ਇੱਕ ਵਾਰ ਜਪਜੀ ਸਾਹਿਬ ਪੜ੍ਹ ਕੇ ਦੇਖੋ। ਪਰ ਕਹਿੰਦੇ ਜ਼ਿਆਦਾ ਤਾਂ ਮੈਨੂੰ ਪਤਾ ਨਹੀਂ, ਮੈਂ ਮੂਲ ਮੰਤਰ ਪੜ੍ਹਿਆ ਸੀਗਾ। ਪਰ ਇਸ ਮੂਲ ਮੰਤਰ ਦੀ ਛੋਹ ਦੇ ਨਾਲ ਕਹਿੰਦੇ ਸਾਰਾ ਜਿਹੜਾ ਗਠੀਏ ਦਾ ਰੋਗ ਸੀਗਾ ਹੈ ਨਾ, ਕਹਿੰਦੇ ਸਾਰਾ ਜਾਂਦਾ ਲੱਗਾ ਸੀ ਅਤੇ 2 ਮਹੀਨਿਆਂ ਦੇ ਵਿੱਚ ਮੈਂ 9 ਵਾਰ 9 ਹੋ ਗਿਆ ਸੀਗਾ। ਅਤੇ ਇਸੇ ਹੀ ਕਹਿੰਦੇ ਜਪਜੀ ਸਾਹਿਬ ਦੀ ਮੂਲ ਮੰਤਰ ਦੀ ਕਹਿੰਦੇ ਇੱਕ ਕਰਿਸ਼ਮੇ ਤੋਂ ਕਹਿੰਦੇ ਮੈਂ ਇੰਨਾ ਪ੍ਰਭਾਵਿਤ ਹੋਇਆ ਸੀਗਾ ਕਿ ਫਿਰ ਕਹਿੰਦੇ ਮੈਂ ਜਪਜੀ ਸਾਹਿਬ ਦਾ ਪਾਠ ਜਿਹੜਾ ਸੀ ਇੰਨਾ ਕੀਤਾ ਕਿ ਅਖੀਰ ਉਹ ਵੀ ਉੱਚ ਕੋਟੀ ਦੇ ਮਹਾਤਮਾ ਬਣੇ। ਪਰ ਉਹਨਾਂ ਵਿੱਚ ਵਾਹਿਗੁਰੂ ਨੇ ਐਸੀ ਬਖਸ਼ਿਸ਼ ਭਰ ਦਿੱਤੀ ਸੀਗੀ ਕਿ ਉਹਨਾਂ ਦੇ ਪਾਸ ਜਿਹੜੇ ਸੀ ਇੰਨੇ ਰੋਗੀ ਆਦਮੀ ਆਉਂਦੇ ਸੀਗੇ ਕਿ ਅਗਰ ਕਿਸੇ ਦੇ ਉੱਤੇ ਵੀ ਉਹ ਹੱਥ ਰੱਖ ਦਿੰਦੇ ਸੀ ਹੈ ਨਾ, ਤਾਂ ਉਹ ਕਹਿੰਦੇ ਸੀ ਭਾਈ ਤੇਰੇ ਵਿੱਚ ਤਾਂ ਮੈਨੂੰ ਕੋਈ ਰੋਗ ਨਜ਼ਰ ਨਹੀਂ ਆਉਂਦਾ, ਤੇਰੇ ਵਿੱਚ ਤਾਂ ਮੈਨੂੰ ਵਾਹਿਗੁਰੂ ਦਿਖਾਈ ਦਿੰਦਾ ਹੈਗਾ। ਜਦ ਇੰਨਾ ਕਹਿੰਦੇ ਸੀ ਰੋਗੀ ਜਿਹੜਾ ਸੀ ਬਿਨਾਂ ਦਵਾਈ ਤੋਂ 9 ਵਾਰ 9 ਹੋ ਜਾਂਦਾ ਸੀਗਾ। ਸੋ ਇਸ ਤਰ੍ਹਾਂ ਜਿਹੜੇ ਗੁਰਮੁਖ ਪਿਆਰੇ ਹੈਗੇ ਆ ਉਹ ਵਾਹਿਗੁਰੂ ਦੀ ਜਿਹੜੀ ਕਿਰਪਾ ਦ੍ਰਿਸ਼ਟੀ ਸਦਕਾ ਹਨ ਕਿਸੇ ਨਾ ਕਿਸੇ ਘਟਨਾ ਕਰਮ ਦੇ ਕਰਕੇ ਜਿਹੜਾ ਹੈਗਾ ਉਹ ਰੱਬ ਦੇ ਨਾਲ ਜੁੜਦੇ ਆ। ਔਰ ਆਪਾਂ ਇਹ ਵੀ ਦੇਖਦੇ ਜਿਵੇਂ ਮਹਾਤਮਾ ਬੁੱਧ ਹੋਏ ਆ। ਹੁਣ ਮਹਾਤਮਾ ਬੁੱਧ ਜਿਹੜੇ ਸੀ ਉਹ ਰਾਜੇ ਸੀ, ਸੁੱਖ ਸਹੂਲਤਾਂ ਸੀ, ਸਾਰਾ ਕੁਛ ਆਪਾਂ ਸਾਰੀਆਂ ਸੰਗਤਾਂ ਜਿਹੜੀਆਂ ਹੈ ਉਹਨਾਂ ਦੇ ਜੀਵਨ ਤੋਂ ਜਾਣੂ ਆ ਕਿ ਉਹਨਾਂ ਨੂੰ ਦਿਖਾਲਿਆ ਸੀਗਾ ਕਿ ਦੁੱਖ ਨਾਂ ਦੀ ਕੋਈ ਚੀਜ਼ ਨਹੀਂ ਸੀ ਜਿਹੜੀ ਸੀ ਉਹਨਾਂ ਦੇ ਜੀਵਨ ਦੇ ਵਿੱਚ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਨਾ ਦੱਸੀ ਸੀ ਨਾ ਦਿਖਾਲੀ ਸੀ। ਪਰ ਦੇਖੋ ਜਿਹਨੂੰ ਵਾਹਿਗੁਰੂ ਜੀ ਨੇ ਇਹਨਾਂ ਚੀਜ਼ਾਂ 'ਚੋਂ ਕੱਢਣਾ ਹੁੰਦਾ ਹੈਗਾ। ਇੱਕ ਵਾਰ ਜਿਹੜੇ ਸੀ ਮਹਾਤਮਾ ਬੁੱਧ ਜਾ ਰਹੇ ਸੀ ਅਤੇ ਉਹਨਾਂ ਦੇ ਆਪਣੇ ਹੀ ਜਿਹੜੇ ਕੋਈ ਭਰਾਤਾ ਸੀਗੇ ਉਹਨਾਂ ਦੇ ਚਚੇਰੇ, ਉਹ ਕਿਸੇ ਹੰਸ ਨੂੰ ਜਿਹੜਾ ਮਾਰ ਕੇ ਲਿਆ ਰਹੇ ਸੀ। ਜ਼ਖਮੀ ਹੋਏ ਹੰਸ ਨੂੰ ਤੜਫਦਾ ਦੇਖ ਕੇ ਮਹਾਤਮਾ ਬੁੱਧ ਦੇ ਮਨ ਦੇ ਵਿੱਚ ਦਇਆ ਆਈ ਸੀ। ਉਹਨਾਂ ਨੇ ਉਸ ਹੰਸ ਦੀ ਮਲਮ ਪੱਟੀ ਕੀਤੀ ਸੀ। ਇਸੇ ਤਰ੍ਹਾਂ ਉਹਨਾਂ ਨੇ ਜੀਵਨ ਦੇ ਵਿੱਚ ਹੋਰ ਵੀ ਐਸੀਆਂ ਘਟਨਾਵਾਂ ਹੈਗੀਆਂ ਕਿ ਇੱਕ ਵਾਰ ਕੋਈ ਜਿਹੜਾ ਬੰਦਾ ਬਜ਼ੁਰਗ ਸੀਗਾ ਉਹਨਾਂ ਨੂੰ ਆਪਣੇ ਜੀਵਨ 'ਚ ਮਿਲਿਆ ਸੀਗਾ ਜਿਹੜਾ ਲਾਠੀ ਦੇ ਨਾਲ ਤੁਰਦਾ ਸੀਗਾ। ਅਤੇ ਉਹਨਾਂ ਨੂੰ ਪੁੱਛਿਆ ਸੀ ਇਹ ਕੌਣ ਆ। ਫਿਰ ਜਿਹੜੇ ਸੀਗੇ ਨਾਲ ਦਿਆਂ ਦੱਸਿਆ ਸੀਗਾ ਕਿ ਬੰਦਾ ਜਦੋਂ ਬਚਪਨ ਦੇ ਵਿੱਚ ਹੁੰਦਾ ਹੈ ਫਿਰ ਜਵਾਨ ਹੁੰਦਾ, ਅਖੀਰ ਬੁਢਾਪਾ ਆ ਜਾਂਦਾ। ਇਹ 3 ਹਾਲਤਾਂ ਸਰੀਰ ਦੀਆਂ ਹੈਗੀਆਂ, ਜਿਹਨੂੰ ਦੇਖ ਕੇ ਮਹਾਤਮਾ ਬੁੱਧ ਸੋਚੀ ਪੈ ਗਏ ਸੀਗੇ ਕਿ ਅਗਰ 3 ਹਾਲਤਾਂ ਸੀ ਇੱਕ ਦਿਨ ਮੈਂ ਵੀ ਫਿਰ ਜਿਹੜਾ ਹੈ ਨਾ ਬੁੱਢਾ ਹੋ ਜਾਊਂਗਾ ਅਤੇ ਇਸੇ ਤਰ੍ਹਾਂ ਜਿਹੜਾ ਹੈ ਨਾ ਦੁੱਖੜੇ ਸਹਾਰੂੰਗਾ।
ਇਸ ਤਰ੍ਹਾਂ ਆਪਾਂ ਹੋਰ ਵੀ ਜਿਹੜੇ ਹਨ ਉਹਨਾਂ ਦੇ ਜੀਵਨ ਦੀਆਂ ਬਹੁਤ ਸਾਰੀਆਂ ਜਿਹੜੀਆਂ ਘਟਨਾਵਾਂ ਦੇਖਦੇ ਹਾਂ ਕਿ ਇੱਕ ਵਾਰੀ ਕੋਈ ਆਦਮੀ ਜਿਹੜੇ ਮੁਰਦੇ ਨੂੰ ਸ਼ਮਸ਼ਾਨ ਘਾਟ ਲਿਜਾ ਰਿਹਾ ਸੀ। ਜਦ ਮਹਾਤਮਾ ਮੁਰਦੇ ਨੂੰ ਰੋਕ ਕੇ ਪੁੱਛਿਆ ਵੀ ਇਹ ਕੌਣ ਹੈ, ਅਤੇ ਫਿਰ ਉਹਨਾਂ ਨੇ ਦੱਸਿਆ ਕਿ ਇਹ ਇਨਸਾਨ ਜਿਹੜਾ ਮਰ ਚੁੱਕਾ ਹੈਗਾ ਅਤੇ ਅਸੀਂ ਇਸ ਦਾ ਅੰਤਮ ਕਿਰਿਆ ਕਰਨ ਵਾਸਤੇ ਜਿਹੜਾ ਹੈਗਾ ਇਹਨੂੰ ਮੁਰਦੇ ਘਾਟ ਵਾਸਤੇ ਲਿਜਾ ਰਹੇ ਹਾਂ। ਤਾਂ ਫਿਰ ਦੇਖੋ ਮਹਾਤਮਾ ਨੂੰ ਗਿਆਨ ਹੋ ਗਿਆ ਸੀਗਾ ਅਗਰ ਬੰਦਾ ਮਰ ਹੀ ਜਾਂਦਾ ਹੈਗਾ ਤਾਂ ਫਿਰ ਉਹਨੇ ਜੀਵਨ ਦੇ ਵਿੱਚ ਇਹ ਜੋ ਮਾਇਆ ਦੇ ਸੁੱਖ ਹੈਗੇ ਆ, ਜੋ ਮਿੱਠੇ ਪਦਾਰਥ ਹੈ, ਇਹਨਾਂ ਦਾ ਖਾਣ ਦਾ ਕੀ ਫਾਇਦਾ ਹੈਗਾ। ਭਾਵ ਕਿ ਮਨ ਦੇ ਵਿੱਚ ਬਰਾਗ ਹੋ ਗਿਆ ਸੀਗਾ। ਅਤੇ ਬੇਸ਼ੱਕ ਘਰਦਿਆਂ ਨੇ ਮਹਾਤਮਾ ਬੁੱਧ ਦਾ ਵਿਆਹ ਵੀ ਕਰਦਾ, ਇੱਕ ਬੱਚਾ ਵੀ ਸੀ, ਪਰ ਉਹਨਾਂ ਦਾ ਜਿਹੜਾ ਵਿਰਾਗ ਸੀਗਾ ਸੰਸਾਰ ਦੇ ਸੁੱਖਾਂ ਤੋਂ ਉਪਰਾਮ ਹੋ ਜਾਣਾ ਅਤੇ ਉਪਰਾਮ ਹੋ ਕੇ ਜਿਹੜੀ ਉਹ ਬਾਹਰ ਜਾ ਕੇ ਭਾਰੀ ਤਪੱਸਿਆ ਕਰਨੀ ਆ, ਉਸ ਤੋਂ ਬਾਅਦ ਫਿਰ ਉਹਨਾਂ ਨੂੰ ਗਿਆਨ ਹੋਣਾ। ਅਤੇ ਇਹ ਸਾਰਾ ਕੁਛ ਜਿਹੜਾ ਹੈਗਾ ਇਹ ਇਸ ਘਟਨਾ ਕਰਮ ਦਾ ਪ੍ਰਤੀਕ ਹੈਗਾ ਕਿ ਉਹਨਾਂ ਨੇ ਸੰਸਾਰ ਦੀਆਂ ਜਿਹੜੀਆਂ ਹਕੀਕਤਾਂ ਸੀਗੀਆਂ, ਜਿਹੜੀਆਂ ਸੱਚਾਈਆਂ ਸੀ, ਜਦ ਅੱਖੀਂ ਦੇਖੀਆਂ ਸੀ ਤਾਂ ਫਿਰ ਉਹਨਾਂ ਨੂੰ ਇਹ ਸੰਸਾਰ ਜਿਹੜਾ ਸੀਗਾ ਇਸ ਦਾ ਸੁੱਖ ਮਿੱਠਾ ਨਹੀਂ ਸੀ ਲੱਗਾ। ਉਹ ਇਸ ਸੁੱਖ ਤੋਂ ਉਹਨਾਂ ਨਿਰਲੇਪ ਹੋ ਗਏ ਸੀ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਕਥਾਵਾਂ ਹੈਗਾ ਆਪਾਂ ਦੇਖਦੇ ਹੈਗੇ ਹਾਂ ਕਿ ਦੇਖ ਫਰੀਦਾ ਜੈਥੀਆ ਸ਼ੱਕਰ ਹੋਈ ਬੇਸ਼ੱਕ, ਮਿੱਠੇ ਪਦਾਰਥ ਜਦੋਂ ਉਹਨਾਂ ਦੇ ਜੀਵਨ ਦੇ ਵਿੱਚ ਕੌੜੇ ਹੋ ਗਏ, ਐਸੀ ਘਟਨਾ ਕਰਮਾਂ ਹੋਈਆਂ। ਤਾਂ ਫਿਰ ਉਹਨਾਂ ਨੇ ਇਹ ਗੱਲ ਜਿਹੜੀ ਸੀ ਅਖੀਰ 'ਚ ਮੰਨੀ ਕਿ ਸਾਈਂ ਬਾਜੋ ਆਪਣੇ ਵੇਦਨ ਕਹੀਏ ਕਿਸ ਕਿ ਪਰਮਾਤਮਾ ਤੋਂ ਬਿਨਾਂ ਅਸੀਂ ਕਿਸ ਨਾਲ ਦੁੱਖੜੇ ਸਾਂਝੇ ਕਰੀਏ। ਅਖੀਰ ਸੱਚੀ ਮਿੱਤਰਤਾ, ਸੱਚਾ ਪ੍ਰੇਮ, ਸੱਚੀ ਯਾਰੀ ਉਸ ਅਕਾਲ ਪੁਰਖ ਦੇ ਨਾਲ ਹੈ ਜੋ ਲੋਕ ਅਤੇ ਪਰਲੋਕ ਦੇ ਵਿੱਚ ਜਿਹੜੀ ਹੈ ਸਹਾਇਤਾ ਕਰਦਾ ਹੈਗਾ। ਇਹ ਬਾਬੇ ਫਰੀਦ ਜੀ ਦਾ ਇਸ ਸ਼ਲੋਕ ਦੇ ਵਿੱਚ ਜਿਹੜਾ ਹੈਗਾ ਉਹ ਕਹਿਣ ਦਾ ਭਾਵ ਹੈਗਾ। ਸੋ ਦਾਸ ਇੰਨੀ ਹੀ ਤਿਲ ਮਾਤਰ ਵਿਚਾਰ ਕਰਦਾ ਹੋਇਆ ਖੇਮਾ ਦਾ ਜਾਚਕ ਹੈ ਜੀ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।